ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਖੀ ਮਨਜਿੰਦਰ ਸਿੰਘ ਸਿਰਸਾ ਉੱਪਰ ਦੂਜੀ FIR ਦਰਜ ਹੋਣ ਤੋਂ ਬਾਅਦ ਜਾਗੋ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਸੁਖਬੀਰ ਬਾਦਲ ਨੂੰ ਘੇਰਿਆ ਹੈ। ਜਾਗੋ ਪਾਰਟੀ ਵੱਲੋਂ ਅਸਤੀਫੇ ਦੀ ਮੰਗ ਨੂੰ ਲੈ ਕੇ ਸਿਰਸਾ ਦੇ ਨਿਵਾਸ ਦਾ ਘਿਰਾਓ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਹਮਦਰਦੀ ਲੈਣ ਦੇ ਲਈ ਸਿਰਸਾ ਡਰਾਮਾ ਕਰ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਧਾਰਾ 420, 406 ਅਤੇ 120B ਦੇ ਤਹਿਤ ਵੀਰਵਾਰ ਸ਼ਾਮ ਨੂੰ ਕੀਤੀ ਗਈ FIR ਤੋਂ ਬਾਅਦ ਜਾਗੋ ਪਾਰਟੀ ਹਮਲਾਵਰ ਹੁੰਦੀ ਨਜ਼ਰ ਆ ਰਹੀ ਹੈ। ਪਾਰਟੀ ਅਫਸਰ ਚ ਪੱਤਰਕਾਰਾਂ ਨਾਲ ਮੁਖਾਤਬ ਹੁੰਦੇ ਹੋਏ ਜਾਗੋ ਪਾਰਟੀ ਦੇ ਕੌਮਾਂਤਰੀ ਮੁਖੀ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਸਿਰਸਾ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਜੀਕੇ ਨੇ ਕਿਹਾ ਕਿ ਮੇਰੇ ਉੱਪਰ ਜਦੋਂ ਇਲਜ਼ਾਮ ਲੱਗੇ ਸਨ ਤਾਂ ਉਸ ਵੇਲੇ ਮੈਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਮੇਰੇ ਖਿਲਾਫ ਇੱਕ ਵੀ ਆਰੋਪ ਸਾਬਤ ਨਹੀਂ ਹੋਇਆ ਹੈ। ਇਸ ਲਈ ਹੁਣ ਸੁਖਬੀਰ ਸਿੰਘ ਬਾਦਲ ਦੇ ਲਈ ਪ੍ਰੀਖਿਆ ਦੀ ਘੜੀ ਹੈ ਕਿ ਸਿਰਸਾ ਦੇ ਖਿਲਾਫ 2 FIR ਦਰਜ ਹੋਣ ਦੇ ਬਾਵਜੂਦ ਉਸ ਨੂੰ ਕਦੋਂ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਂਦੇ ਹਨ। ਅੱਜ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਦੂਜੀ FIR ਹੋਈ ਹੈ। 1 ਮਹੀਨੇ ਦੇ ਵਿੱਚ ਦੂਜੀ FIR ਹੋਈ ਹੈ। ਪਹਿਲੀ FIR ਪਿਛਲੇ ਮਹੀਨੇ ਹੋਈ ਸੀਗੀ ਔਰ ਅੱਜ ਦੂਸਰੀ FIR ਹੋਈ ਹੈ। ਪਹਿਲੀ ਹੋਈ ਸੀ ਜਿਹੜੇ ਕੰਮ 28 ਲੱਖ 25 ਲੱਖ ਦੇ ਵਿੱਚ ਹੋਣਾ ਸੀ, ਕਰੋੜਾਂ ਰੁਪਏ ਦੇ ਸ਼ਬਿਆਨੇ ਇਸਨੇ ਲਗਾਏ ਸੀ ਔਰ ਕੱਲੇ ਸਾਈਨਾਂ ਤੇ ਜਿਹਦੇ ਤੇ ਵੈਂਡਰ ਦੇ ਸਾਈਨ ਵੀ ਨਹੀਂ ਹੈ ਚਲਾਨ ਤੇ, ਉਸ ਦੇ ਉੱਤੇ ਇਹਨਾਂ ਨੇ ਇਹ ਕੰਮ ਕਰਾਇਆ ਸੀਗਾ। ਅੱਜ ਮਨਜਿੰਦਰ ਸਿੰਘ ਸਿਰਸਾ ਤੇ ਦੂਸਰੀ FIR ਹੋਈ ਹੈ ਜਿਹੜੇ ਇਹਨਾਂ ਨੇ ਘਪਲੇ ਕੀਤੇ ਨੇ ਔਰ ਉੱਥੋਂ ਦੀ ਆਪਣੇ ਡਾਕੂਮੈਂਟਸ ਗਾਇਬ ਕੀਤੇ ਨੇ। ਮੇਰਾ ਕਹਿਣਾ ਇਹ ਹੈ ਕਿ ਮੈਂ ਜਦੋਂ ਕੰਪਲੇਂਟ ਮੇਰੇ ਖਿਲਾਫ ਹੋਈ ਸੀਗੀ ਮੈਂ ਉਦੋਂ ਆਪਣੇ ਪਦ ਤੋਂ ਅਸਤੀਫਾ ਦੇ ਕੇ ਬਾਹਰ ਆ ਗਿਆ ਸੀ, ਕਿਉਂਕਿ ਗੁਰੂ ਦੀ ਗੋਲਕ ਦਾ ਮਸਲਾ ਔਰ ਇਹ ਮਸਲਾ ਜਿਹੜਾ ਹੈਗਾ ਇਹ ਮਸਲਾ ਲੋਕਾਂ ਤੱਕ ਇੱਕ ਸਾਫ਼ ਇਨਕੁਆਇਰੀ ਹੋ ਕੇ ਜਾਣਾ ਚਾਹੀਦਾ ਹੈ। ਲੇਕਿਨ ਦੂਜੀ FIR ਹੋਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਜਿਹੜਾ ਉਹ ਕਿਉਂ ਅਸਤੀਫਾ ਨਹੀਂ ਦੇ ਰਿਹਾ? ਸੁਖਬੀਰ ਸਿੰਘ ਬਾਦਲ ਕਿੱਥੇ ਹੈ? ਸੁਖਬੀਰ ਸਿੰਘ ਬਾਦਲ ਨੂੰ ਮੈਂ ਸਵਾਲ ਕਰਨਾ ਚਾਹੁੰਦਾ ਕਿ ਮਨਜਿੰਦਰ ਸਿੰਘ ਸਿਰਸਾ ਦਾ ਤੁਹਾਡਾ ਬਿਕਰਮ ਸਿੰਘ ਮਜੀਠੀਆ ਦੇ ਕਿਹੜੇ ਕਾਲੇ ਕਾਰਨਾਮੇ ਇਕੱਠੇ ਨੇ ਕਿ ਤੁਸੀਂ ਉਸ ਨੂੰ ਬਚਾ ਰਹੇ ਹੋ? ਅੱਜ ਕਿਉਂ ਨਹੀਂ ਪਾਰਟੀ ਦੇ ਵਿੱਚੋਂ ਐਕਸ਼ਨ ਲਿਆ ਜਾ ਰਿਹਾ? ਕਿਉਂਕਿ ਤੁਹਾਡੀ ਪਾਰਟੀ ਹੈ ਹੀ ਇਹੋ ਜਿਹੇ ਬੰਦਿਆਂ ਦੀ ਜਿਨ੍ਹਾਂ ਨੇ ਰੇਤੇ ਦੇ ਕੰਮ ਕੀਤੇ ਹੋਣ, ਜਿਨ੍ਹਾਂ ਨੇ ਗਬਨ ਕੀਤੇ ਹੋਣ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਵਰਤੀ ਹੋਵੇ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਵਰਤਿਆ ਹੋਵੇ। ਜੀਕੇ ਨੇ ਐਲਾਨ ਕੀਤਾ ਹੈ ਕਿ ਜਾਗੋ ਪਾਰਟੀ ਵੱਲੋਂ ਐਤਵਾਰ 24 ਜਨਵਰੀ ਨੂੰ ਸਿਰਸਾ ਦੇ ਪੰਜਾਬੀ ਬਾਗ ਸਥਿਤ ਨਿਵਾਸ ਦਾ ਘਿਰਾਓ ਕਰਕੇ ਅਸਤੀਫੇ ਦੀ ਮੰਗ ਕੀਤੀ ਜਾਵੇਗੀ। ਮਨਜੀਤ ਸਿੰਘ ਜੀਕੇ ਨੇ FIR ਦਰਜ ਹੋਣ ਤੋਂ ਬਾਅਦ ਸਿਰਸਾ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਦਾ ਹਵਾਲਾ ਦਿੰਦੇ ਹੋਏ ਜ਼ੋਰਦਾਰ ਸ਼ਬਦਾਂ 'ਚ ਹਮਲਾ ਕਰ ਅਸਤੀਫੇ ਦੀ ਮੰਗ ਕੀਤੀ ਹੈ। ਸਿਰਸਾ ਵੱਲੋਂ ਆਪਣੇ ਖਿਲਾਫ ਰਾਤ 12 ਵਜੇ FIR ਦਰਜ ਹੋਣ ਦਾ ਹਵਾਲਾ ਦੇਣ ਦੇ ਮਾਮਲੇ ਤੇ 7 ਵਜੇ FIR ਦਰਜ ਹੋਣ ਦਾ ਦਾਅਵਾ ਕਰਦੇ ਹੋਏ ਜੀਕੇ ਨੇ ਕਿਹਾ ਕਿ ਮੋਦੀ ਦੀ ਗੋਦੀ ਵਿੱਚ ਸਿਰਸਾ ਬੈਠਾ ਹੈ, ਨਾ ਕਿ ਮੈਂ ਮੋਦੀ ਦੀ ਗੋਦੀ 'ਚ ਬੈਠਾ ਹਾਂ। ਉਹਨਾਂ ਨੇ ਕਿਹਾ ਕਿ ਇਹ ਉਹੀ ਸਿਰਸਾ ਹੈ ਜੋ ਆਪਣੇ ਟਵਿੱਟਰ ਖਾਤੇ ਦੇ ਬਿਆਨਾਂ ਵਿੱਚ ਇਹ ਦੱਸਦਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਨੂੰ ਫੋਲੋ ਕਰਦੇ ਨੇ। ਬੇਸ਼ੱਕ ਮੋਦੀ ਨੇ ਸਿਰਸੇ ਨੂੰ ਹੁਣ ਫੋਲੋ ਕਰਨਾ ਬੰਦ ਕਰ ਦਿੱਤਾ ਹੋਵੇ, ਇਹ ਉਹੀ ਸਿਰਸਾ ਹੈ ਜਿਸ ਦੀ ਚੋਣ ਸਟੇਜ ਤੋਂ ਕੇਂਦਰੀ ਮੰਤਰੀ ਸਾਧਵੀ ਨਿਰੰਜਨਾ ਜੋਤੀ ਰਾਮਜਾਦੇ ਬਨਾਮ ਹਰਾਮਜਾਦੇ ਦੀ ਤੁਲਨਾ ਕਰਦੀ ਹੋਈ ਨਜ਼ਰ ਆਈ ਸੀ ਤਾਂ ਉਸ ਵੇਲੇ ਸਾਹਿਬ ਉੱਥੇ ਖੜੇ ਹੱਸਣ ਤੋਂ ਸਿਵਾ ਕੁਝ ਨਹੀਂ ਕਰਦੇ ਦਿਖੇ। ਜੀਕੇ ਨੇ ਸਵਾਲ ਕੀਤਾ ਹੈ ਕਿ ਅੱਜ ਵੀ ਸਿਰਸਾ ਭਾਜਪਾ ਦੇ ਵਿਧਾਇਕ ਦੇ ਤੌਰ ਤੇ ਸਰਕਾਰੀ ਪੈਨਸ਼ਨ ਲੈ ਰਹੇ ਨੇ ਅਤੇ ਮੋਦੀ ਦੀ ਗੋਦੀ ਵਿੱਚ ਹੀ ਬੈਠੇ ਨੇ। ਜੀਕੇ ਨੇ ਖੁਲਾਸਾ ਕੀਤਾ ਹੈ ਕਿ ਸਿਰਸਾ ਦੇ ਖਿਲਾਫ ਦਰਜ ਹੋਈ FIR 'ਚ ਉਸਦੇ PA ਨਰਿੰਦਰ ਸਿੰਘ ਦੀ ਪਰਿਵਾਰਕ ਕੰਪਨੀ ਨੂੰ ਬਿਨਾਂ आवश्यकता ਅਤੇ ਬਿਨਾਂ ਕਿਸੇ ਹੋਰ ਕੰਪਨੀ ਨੂੰ ਕੰਮ ਦਿੱਤੇ ਉਸ ਦੀ ਕੰਪਨੀ ਨੂੰ ਗਲਤ ਤਰੀਕੇ ਨਾਲ ਫਾਇਦਾ ਪਹੁੰਚਾਉਣ ਦਾ ਹਵਾਲਾ ਹੈ। ਇਸ ਗੱਲ ਨੂੰ ਜਾਂਚ ਅਧਿਕਾਰੀ ਨੇ FIR ਦਰਜ ਕਰਨ ਦੇ ਗੰਭੀਰ ਧਾਰਾਵਾਂ ਲਗਾਉਣ ਦੇ ਮਕਸਦ ਨਾਲ ਸਵੀਕਾਰ ਵੀ ਕੀਤਾ ਹੈ। ਸਿਰਸਾ ਵੱਲੋਂ ਵੀਰਵਾਰ ਦੀ ਰਾਤ ਨੂੰ ਯੂਪੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਲਈ ਕੀਤੇ ਗਏ ਦਾਅਵੇ ਦਾ ਮਜ਼ਾਕ ਉਡਾਉਂਦੇ ਹੋਏ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਥਾਣੇ 'ਚ ਬੈਠ ਕੇ ਮੀਡੀਆ ਚੈਨਲਾਂ ਨੂੰ ਫੋਟੋ ਦੇ ਰਿਹਾ ਸਿਰਸਾ की गिरफ्तारी हुई सी तां उस दी जामा तलाशी दौरान पुलिस ने इस दा फोन अते नगदी जमा क्यों नहीं कीता सी। जीके ने कहा कि सिरसा सिर्फ किसान अंदोलन नूं अकाली दल दे हक विच भणाउण दे लई कोरी अते अजमाइश दे तौर ते ड्रामा कर रहा है अते किसान इन्हां दे हक विच कदे भी नहीं आउणगे। जिक्र खास है कि मनजिंदर सिंह सिरसा दे खिलाफ वीरवार नूं दूजी FIR दर्ज हुई है, जिस तो बाद पंथक हलकियां विच लगातार तिखी बयानबाजी सामने आ रही है।
ਇਹ ਰੋਲ ਤੇ ਪ੍ਰਧਾਨ ਦਾ ਹੈ। ਦਿੱਲੀ ਸਿੱਖ ਗੁਰਦੁਆਰਾ ਐਕਟ 1971 ਬੜਾ ਕਲੀਅਰਲੀ ਡਿਫਾਈਨਡ ਹੈ ਕਿ ਪ੍ਰਧਾਨ ਜਿਹੜਾ ਸੈਰੀਮੋਨੀਅਲ ਹੈਡ ਹੈ, ਪ੍ਰਧਾਨ ਦੇ ਕੋਲ ਉਦੋਂ ਸਾਈਨ ਹੋਣ ਜਾਂਦਾ ਜਦੋਂ ਜਨਰਲ ਸੈਕਟਰੀ ਬਿੱਲਾਂ ਦੇ ਉੱਤੇ ਸਾਈਨ ਕਰ ਦਿੰਦਾ ਹੈ। ਔਰ ਜਨਰਲ ਸੈਕਟਰੀ ਕੋਲ ਕਿਹੜਾ ਡਿਪਾਰਟਮੈਂਟ ਹੈ, ਧਿਆਨ ਨਾਲ ਸੁਣੋ। ਜਨਰਲ ਸੈਕਟਰੀ ਕੋਲ ਫਾਈਨਾਂਸ ਹੈ, ਜਨਰਲ ਸੈਕਟਰੀ ਕੋਲ ਅਕਾਊਂਟਸ ਹੈ, ਜਨਰਲ ਸੈਕਟਰੀ ਕੋਲ ਐਸਟੇਟ, ਜਿੰਨੀ ਪ੍ਰਾਪਰਟੀ ਹੈ ਸਾਰੇ ਗੁਰਦੁਆਰੇ, ਸਕੂਲ, ਕਾਲਜ, ਉਹ ਸਾਰਿਆਂ ਦਾ ਮਾਲਕ ਜਨਰਲ ਸੈਕਟਰੀ ਹੈ। ਜਨਰਲ ਸੈਕਟਰੀ ਕੋਲ ਪਰਸੋਨਲ ਐਡਮਿਨਿਸਟ੍ਰੇਸ਼ਨ, ਕਿਸੇ ਦੀ ਤਰੱਕੀ ਕਰਨੀ, ਕਿਸੇ ਦੀ ਪ੍ਰਮੋਸ਼ਨ ਕਰਨੀ, ਕਿਸੇ ਨੂੰ ਸਸਪੈਂਡ ਕਰਨਾ, ਇਹ ਉਹਦੇ ਕੋਲ ਆਉਂਦਾ। ਔਰ ਇਸ ਤੋਂ ਇਲਾਵਾ ਜਨਰਲ ਸੈਕਟਰੀ ਕੋਲ ਰਿਕਾਰਡ ਹੈ। ਜਿਹੜਾ ਵੀ ਰਿਕਾਰਡ, ਜਿਵੇਂ ਪ੍ਰਾਪਰਟੀਆਂ ਦੇ ਕਾਗਜ਼ ਜਾਂ ਜਿਹੜੇ ਬਿੱਲ ਪਾਸ ਹੋ ਕੇ ਚਲੇ ਜਾਣ, ਉਹ ਉਹਦੇ ਬਾਅਦ ਰਿਕਾਰਡ 'ਚ ਚਲੇ ਜਾਂਦੇ ਨੇ, ਉਹਦਾ ਵੀ ਮਾਲਕ ਜਨਰਲ ਸੈਕਟਰੀ ਹੈ। ਮੈਂ ਸਮਝਦਾ ਵਾਂ ਇਹ ਸਾਰਾ ਕੁਝ ਤੁਹਾਡੇ ਹੋਣ ਦੇ ਬਾਵਜੂਦ ਤੁਹਾਡੇ ਉੱਤੇ FIR ਹੋ ਰਹੀ ਹੈ, ਤੁਹਾਡੇ ਉੱਤੇ ਇਹ ਦੂਸਰੀ FIR ਹੋ ਰਹੀ ਹੈ। ਔਰ ਕਮਾਲ ਦੀ ਗੱਲ ਇਹ ਹੈ, ਤੁਸੀਂ ਇਸ ਨੂੰ ਕਿਸਾਨਾਂ ਨਾਲ ਜੋੜ ਰਹੇ ਹੋ ਕਿ ਮੈਂ ਕਿਸਾਨਾਂ ਦਾ ਮਸੀਹਾ। ਉਹ ਤੁਹਾਨੂੰ ਕੋਈ ਕਿਸਾਨ ਸਟੇਜ ਤੇ ਨਹੀਂ ਚੜ੍ਹਨ ਦਿੰਦਾ। ਸੁਖਬੀਰ ਸਿੰਘ ਬਾਦਲ ਜੇ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਤੇ ਜਾਂਦੇ ਨੇ, ਉੱਥੇ ਫਤਿਹਗੜ੍ਹ ਸਾਹਿਬ ਧੱਕੇ ਮਾਰ ਕੇ ਉੱਥੇ ਸਿਕਿਉਰਿਟੀ ਨੂੰ ਭਜਾ ਕੇ ਬਚਾ ਕੇ ਕੱਢਣਾ ਪੈਂਦਾ। ਬੀਬਾ ਤੁਹਾਡੀ ਜਦੋਂ ਆਪਣੇ ਇਲਾਕੇ ਜਾਂਦੀ ਹੈ ਤੇ ਪਿੰਡਾਂ 'ਚ ਉਹਨੂੰ ਵੜਨ ਨਹੀਂ ਦਿੱਤਾ ਜਾਂਦਾ। ਤੁਹਾਨੂੰ ਕਿਸੇ ਕਿਸਾਨ ਨੇ ਸਟੇਜ ਤੇ ਨਹੀਂ ਚੜ੍ਹਨ ਦਿੱਤਾ। ਤੁਹਾਡੇ ਦਿੱਤੇ ਹੋਏ ਲੰਗਰ ਵੀ ਵਾਪਸ ਭੇਜ ਦਿੱਤੇ। ਕਿਸਾਨਾਂ ਦੀ ਮਦਦ ਅਸੀਂ ਨਹੀਂ ਕਰਦੇ ਪਏ, ਅਸੀਂ ਕਿਸਾਨਾਂ ਨਾਲ ਖੜੇ ਨਹੀਂ, ਅਸੀਂ ਹਰ ਤਰੀਕੇ ਨਾਲ ਮਦਦ ਕਰ ਰਹੇ, ਲੇਕਿਨ ਤੁਹਾਡੇ ਅੰਦਰ ਰਾਜਨੀਤੀ ਨਹੀਂ ਕਰ ਰਹੇ, ਕਿਉਂਕਿ ਇਹ ਲੰਗਰ ਤੁਹਾਡਾ ਨਹੀਂ ਹੈ, ਨਾ ਤੁਹਾਡੇ ਪਿਤਾ ਦਾ, ਨਾ ਮੇਰੇ ਪਿਤਾ ਦਾ, ਨਾ ਪਰਮਜੀਤ ਸਿੰਘ ਸਰਨੇ ਦੇ ਪਿਤਾ ਦਾ। ਇਹ ਲੰਗਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ, ਔਰ ਤੁਸੀਂ ਆਪਣਾ ਨਾਂ ਲਈ ਜਾਂਦੇ ਹੋ। ਤੁਸੀਂ ਹਰ ਕਿਸਮ ਦੀ ਚੋਰੀ ਚਕਾਰੀ ਕਰਕੇ, ਤੁਹਾਡਾ ਖਾਨਦਾਨੀ ਪੇਸ਼ਾ ਹੈ। ਤੁਸੀਂ ਕਿਵੇਂ ਕਾਗਜ਼ ਬਣਾ ਕੇ ਇੰਨੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਇਕੱਠੀ ਕੀਤੀ, ਇਹ ਤੁਹਾਡੇ ਸਾਹਮਣੇ ਹੈ। ਇਹ ਜਿਹੜੀ FIR ਦਰਜ ਹੋਈ ਹੈ, ਇਹਦੇ ਵਿੱਚ ਜਿਹੜੀ ਡੇਟ ਹੈ 21 ਤਰੀਕ ਹੈ, ਕੱਲ ਜਿਹੜੀ ਨਿਕਲ ਗਈ। ਦਫਾ ਧਾਰਾ ਕੀ ਹੈ, 420, 406 ਤੇ 120B। ਔਰ ਮਨਜਿੰਦਰ ਸਿੰਘ ਸਿਰਸਾ ਐਕਿਊਜ਼ਡ ਐਂਡ ਅਦਰਸ। ਔਰ ਇਹਦੇ ਵਿੱਚ ਕਮਾਲ ਦੀ ਗੱਲ ਕੀ ਹੈ, ਇੱਕ TV ਇੰਟਰਵਿਊ ਤੇ ਮੈਂ ਸੁਣ ਰਿਹਾ ਸੀ, ਸਿਰਸਾ ਸਾਹਿਬ ਕਹਿ ਰਹੇ ਰਾਤੀ 12 ਵਜੇ ਮੇਰੇ ਤੇ FIR ਦਰਜ ਹੁੰਦੀ ਹੈ, ਕਿਉਂਕਿ ਜਦੋਂ ਇਹ ਰਾਤੀ ਇਹਦਾ 10:30, 11 ਵਜੇ ਡਰਾਮਾ ਹੁੰਦਾ, ਆਪ ਹੀ ਆਪਣੇ ਆਪ ਨੂੰ ਕਹਿੰਦਾ ਮੈਂ ਆਪ ਕੀ ਗਾੜੀ में बैठ जाता हूँ। पुलिस वालियां ਨੂੰ ਕਹਿ ਰਿਹਾ यूपी 'ਚ, क्योंकि इसनूं पता है कि इस ते FIR होनी है, कहता मैं आप ही आपकी गाड़ी में बैठ जाता हूँ। ਇਹ ਬੜਾ ਕਲੀਅਰਲੀ ਇਹਦੇ ਵਿੱਚ ਜਿਹੜਾ IO ਹੈਗਾ, IO ਨੇ ਬੜਾ ਕਲੀਅਰਲੀ ਇਹਦੇ ਵਿੱਚ ਲਿਖਿਆ ਹੋਇਆ ਹੈ। हाँ, न्यू दिल्ली, डेट एंड टाइम ऑफ प्रेजेंटिंग रुका 21/1/21 at 7 PM। ਉਸੇ ਵੇਲੇ FIR ਜਿਹੜੀ ਹੈ ਉਹ ਕਲੀਅਰ ਹੋ ਜਾਂਦੀ ਹੈ। ਔਰ ਤੁਸੀਂ ਕਹ ਰਹੇ ਹੋ ਰਾਤੀ 12 ਵਜੇ ਹੋ ਰਹੀ ਹੈ, ਕਿਉਂਕਿ 11 ਵਜੇ ਪੁਲਿਸ ਨਾਲ ਤੁਸੀਂ ਆਪ ਡਰਾਮੇਬਾਜ਼ੀ ਕਰਦੇ ਹੋ ਕਿ ਮੈਨੂੰ ਅਰੈਸਟ ਕਰ ਲਿਆ। ਔਰ ਜਦੋਂ ਕਿਸੇ ਨੂੰ ਅਰੈਸਟ ਕੀਤਾ ਜਾਂਦਾ ਹੈ, ਉਹਦੀ ਜਾਮਾ ਤਲਾਸ਼ੀ ਹੁੰਦੀ ਹੈ, ਉਹਦੀ ਜੇਬ 'ਚ ਜੇ ਪੈਨ ਵੀ ਪਿਆ ਨਾ, ਉਹ ਵੀ ਲੈ ਲਿੱਤਾ ਜਾਂਦਾ। ਔਰ ਤੁਸੀਂ ਪੁਲਿਸ ਦੀ ਗੱਡੀ 'ਚ ਬਹਿ ਕੇ ਤੁਸੀਂ ਡਿਬੇਟ ਕਰਦੇ ਪਏ ਹੋ, ਕਦੀ ਕਿਸੇ ਨੈਸ਼ਨਲ ਚੈਨਲ ਨਾਲ, ਕਦੀ ਕਿਸੇ ਨੈਸ਼ਨਲ ਚੈਨਲ ਨਾਲ। ਤੁਹਾਨੂੰ ਅਰੈਸਟ ਕਿਹਨੇ ਕੀਤਾ? ਅਰੈਸਟ ਤਾਂ ਕਿਸੇ ਨੇ ਕੀਤਾ ਹੀ ਨਹੀਂ। ਤੁਸੀਂ ਸਿੰਪੈਥੀ ਲੈਣ ਲਈ, ਤੁਸੀਂ ਇਹ ਚੋਰੀਆਂ ਚਕਾਰੀਆਂ ਤੋਂ ਬਚਣ ਵਾਸਤੇ ਆਪਣੇ ਆਪ ਨਾਲ ਤੁਸੀਂ ਅਰੈਸਟ ਦਾ ਉਹ ਕਰ ਰਹੇ ਨੇ। ਇਹ ਆਖਦਾ ਰਾਤੀ TV ਤੇ ਇੱਕ ਇੰਟਰਵਿਊ 'ਚ ਕਹਿ ਰਿਹਾ ਹੈ ਕਿ ਮਨਜੀਤ ਸਿੰਘ ਜਿਹੜਾ ਹੈ ਉਹ ਮੋਦੀ ਦੀ ਗੋਦੀ 'ਚ ਜਾ ਕੇ ਬਹਿ ਗਿਆ। ਮੈਂ ਪੁੱਛਣਾ ਚਾਹਨਾ ਕਿ ਤੂੰ ਲਿਖਦਾ ਕਿ I am a proud Indian, ਇਹ ਮਨਜਿੰਦਰ ਸਿੰਘ ਸਿਰਸਾ ਲਿਖ ਰਿਹਾ, I am a proud Indian, my Twitter is followed by ऑनरेबल प्राइम मिनिस्टर मोदी साहब। तेरे तो ट्विटर फॉलो करते हैं मोदी साहब। तू तो गिना चिनिया बंदियां दे विच हैगा जिन्हों मोदी साहब फॉलो करते हैं। और अज मोदी साहब की गोदी च मनजीत सिंह बह गया। कमाल की गल है। तू जो MLA की इलैक्शन लड़ रहा सीगा, तेरी स्टेज के उत्ते साधवी जिहड़ी मिनिस्टर है, जिहड़ी बीबा दे नाल मिनिस्टर सी फूड प्रोसैसिंग दे, हैं निरंजना ज्योति, वो तेरी स्टेज ते खड़ी बोल रही सी कि ये यहाँ पे हिंदुस्तान में या हरामजादे हैं या रामजादे हैं। और तू पिछे खड़ा तालियां मार रहा सी पटा मोदी दा ते कमल दे फुल दा गल च पा के। तू किसे ते की इल्जाम लाएगा? वड्डे बादल साहब RSS दे मुखी दे पैरां च फोटो सारी दुनिया च घुमदी पई है। सार सुखबीर सिंह बादल दी फोटो घुमदी पई है। ये किसे नूं छुपी रही है, तेरे कहण नाल कोई नहीं बन सकदा। दूजी गल, तू अज भी BJP दे MLA दी पेंशन लै रहा है। तू किन्ने साल पेंशन लैंदा रहा? तेरी बीवी किन्ने साल पेंशन लैंदी रही है, जिहड़ी BJP दे टिकट दे उत्ते काउंसलर सीगी?
ਤੁਹਾਡਾ ਹਰਮੀਤ ਸਿੰਘ ਕਾਲਕਾ ਐਮਐਲਏ ਦੀ ਪੈਨਸ਼ਨ ਲੈ ਰਿਹਾ, ਉਹਦੀ ਵੋਟੀ ਅੱਜ ਵੀ, ਉਹਦੀ ਬੀਵੀ ਅੱਜ ਵੀ ਪੈਨਸ਼ਨ ਲੈਂਦੀ ਪਈ ਹੈ ਬੀਜੇਪੀ ਦੀ ਕਾਉਂਸਲਰ ਹੋਣ ਦੇ ਨਾਤੇ। ਗੱਲ ਇਹ ਹੈ ਕਿ ਜਿਹੜੇ ਤੱਥ ਹੈਗਾ, ਜਿਹੜੇ ਅਸਲੀ ਸਾਰਾ ਕੁਝ ਛੱਡ ਦਿਓ, ਸਾਰੀ ਗੱਲ ਬਿੱਲਾਂ ਤੇ ਆਂਦੀ ਹੈ। ਬਿੱਲ ਤਾਂ ਪਾਸ ਹੁੰਦੇ ਨੇ ਜੇ ਮਾਲ ਅੰਦਰ ਆਇਆ ਹੋਵੇ, ਸਟੋਰ 'ਚ ਐਂਟਰੀ ਆਈ ਹੋਵੇ। ਔਰ ਉਸਨੇ ਬੜਾ ਕਲੀਅਰਲੀ ਮੈਂਸ਼ਨ ਕੀਤਾ ਆਈਓ ਨੇ, ਜਿਹੜਾ ਮੈਂ ਅਖੀਰ ਤੁਹਾਨੂੰ ਪੜਾਇਆ, ਦੀ ਕੰਪਲੇਂਟ ਵਾਜ਼ ਇਨਕੁਆਇਰਡ ਇਨਟੂ, ਇਹ ਹੁਣ ਆਈਓ ਲਿਖ ਰਿਹਾ ਜਿਹੜਾ ਤੁਹਾਡਾ ਸਵਾਲ ਹੈ। ਦੀ ਕੰਪਲੇਂਟ ਵਾਜ਼ ਇਨਕੁਆਇਰਡ ਇਨਟੂ ਐਂਡ ਫਰੋਮ ਦੀ ਇਨਕੁਆਇਰੀ ਕੈਰੀਡ ਆਊਟ ਕੰਟੈਂਟਸ ਆਫ ਕੰਪਲੇਂਟਸ ਪ੍ਰਾਈਮਾ ਫੇਸ਼ੀਆ offense under 420, 406, 120B IPC has been made out। ਇਹ ਹੁਣ ਆਈਓ ਲਿਖ ਰਿਹਾ ਕਿ ਮੈਨੂੰ ਪ੍ਰਾਈਮਾ ਫੇਸ਼ੀਆ ਇਹਦੇ ਵਿੱਚ ਘਪਲਾ ਲੱਗ ਰਿਹਾ, ਗੜਬੜ ਲੱਗ ਰਹੀ ਹੈ। ਔਰ ਮੈਂ ਸਮਝਦਾ ਵਾਂ ਕਿ ਇਹ ਕੰਪਲੇਂਟ ਕਿਹਦੇ ਖਿਲਾਫ ਹੈ? ਮਨਜਿੰਦਰ ਸਿਰਸੇ ਦੇ ਖਿਲਾਫ। ਇਹ ਕੰਪਲੇਂਟ ਕਦੋਂ ਦਿੱਤੀ ਹੈ? ਪੌਣੇ 2 ਸਾਲ ਪਹਿਲੇ। ਇਹ ਕੰਪਲੇਂਟ ਦੀ ਇਨਕੁਆਇਰੀ ਤੋਂ ਬਾਅਦ EOW ਕਹਿ ਰਿਹਾ, ਇਹ ਕੋਈ ਬਿਹਾਰ ਦਾ ਥਾਣਾ ਨਹੀਂ ਹੈ ਕਿਸੇ ਪਿੰਡ ਦਾ, ਇਹ EOW ਦਿੱਲੀ ਪੁਲਿਸ ਦਾ, ਜਿਹੜੇ ਵੱਡੇ ਵੱਡੇ ਧੁਰੰਧਰਾਂ ਨੂੰ ਅੰਦਰ ਪਾ ਦਿੰਦਾ, ਇਹ ਉਹ ਕਹਿ ਰਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ। ਔਰ ਸਾਰੇ ਜਿਹੜੇ ਰੈਫਰੀਜਰੇਸ਼ਨ ਇਹਦੇ PA ਦੇ ਬਿੱਲ ਨੇ, ਉਹ ਸਾਰਿਆਂ ਤੇ ਇਹਦੇ ਸਾਈਨ ਨੇ। ਮੈਂ ਸਮਝਦਾ ਆਉਣ ਵਾਲਾ ਸਮਾਂ ਬੜਾ ਕੁਝ ਕਲੀਅਰ ਕਰੇਗਾ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।